परम सत्कारयोग सतगुरां दी साजी निवाजी गुरु रूप प्यारे गुरु सवारी साध संगत जी, आप जी सारी संगत गुरु दरबार दे विच नितनेम कर्म अनुसार हाजरियां भरदे हाँ। गुरु साहिब जी महाराज जी महान किरपा करते हैं। सतगुरां दी किरपा दी बदौलत अकाल पुरख दी पवित्र गुरबाणी नूं पढ़दे हाँ, सुणदे हाँ। अपनी जिंदगी दे कुछ पल सफले करन वास्ते गुरु दरबार विच पहुंचे हैं। भावें असी नित पहुँचते हाँ, नित गुरबाणी नूं पढ़दे हाँ, सुणदे हाँ। जिन्ने भी गुरु दरबार दे विच शरीर करके सुरत करके मन करके हाजरियां लवाउंदे ने, उन्हां दी प्रथाए गुरु अमरदास साहिब जी महाराज तीजे पातशाह महाराज ने बचन कीते ने। वारे वारे जाइए सतगुरां तो। महाराज कहते सारे पक्षां तो तेरी संतुष्टि कराउणी है। क्यों? जे तेरी संतुष्टि ना होई ते महाराज कहते तू हंकारी ना हो जावें किते। यही नहीं है कि महाराज सानू बुला लैंदे ने संगत विच, हुक्म है सतगुरां दा असीं आ जाने हैं। महाराज बुला के अपने कोल फिर भी साड़ी रखिया करते हैं। किते रत्ती भर इन्हां दे अंदर हंकार ना जाग पे कि असीं बाणी पढ़ी है, असीं बाणी सुनी है, असीं कथा करते हैं, असीं सुनते हैं, असीं संगत करते हैं, सेवा करते हैं। रत्ती भर भी हंकार ना जागे। इसे वास्ते सतगुरां ने तीजे पातशाह महाराज ने बचन किया, कहंदे तुसी आए हो महाराज दे दर ते, सिख हंस सरोवर इकट्ठे होए, सतगुर कै हुक्म आवे। तीजे पातशाह महाराज दे बचन। सिख हंस सरोवर इकट्ठे होए, जिहड़े हंस ने इस सरोवर ते इकट्ठे बैठ के ही शोभा दिंदे है। बहुत वड्डी पदवी दिती है महाराज ने सानू गुरु घर च आया नूं। भावें कोई शरीर करके आए, भावें कोई सुरत करके, ते भावें कोई मन करके शरीर उन्हां दा किसी पासे होर फिरदा, मन गुरु दे घर नाल जुड़िया होया। जिहड़े हंस ने ये हंस मान सरोवर ते शोभा दिंदे ने। सिख हंस सरोवर इकट्ठे होवे। हंसां दे विच एक सिफत है कि जद वो अडारी मारदे ने फिर भी इकट्ठे मारदे हन। जदों मान सरोवर ते
ਬਹਿੰਦੇ ਨੇ ਉਦੋਂ ਵੀ ਉਹ ਡਾਰ ਦੇ ਵਿੱਚ ਹੀ ਹੁੰਦੇ ਨੇ। ਤੇ ਜੇ ਕੋਈ ਹੰਸ ਡਾਰ ਦੇ ਵਿੱਚੋਂ ਵਿਛੜ ਜਾਵੇ, ਰੱਬ ਨਾ ਕਰੇ ਕੋਈ ਵਿਛੜ ਜਾਵੇ, ਕਿਸੇ ਪਾਸੇ ਹੋਰ ਚਲਿਆ ਗਿਆ, ਲੰਮਾ ਸਮਾਂ ਪਾਸੇ ਰਹਿ ਕੇ ਜੇ ਦੁਬਾਰੇ ਉਹ ਡਾਰ ਦੇ ਵਿੱਚ ਆ ਕੇ ਇਹ ਕਵੇ ਕਿ ਮੈਂ ਡਾਰ ਦੇ ਵਿੱਚ ਰਹਿਣਾ, ਉਹਨੂੰ ਨਹੀਂ ਰੱਖਦੇ। ਜੇ ਕੋਈ ਆਪਣੇ ਜ਼ੋਰ ਦੇ ਨਾਲ ਡਾਰ ਦੇ ਵਿੱਚ ਹੰਸ ਵੜਨਾ ਵੀ ਚਾਹਵੇ ਤੇ ਜਿਹੜੇ ਡਾਰ ਵਾਲੇ ਹੰਸ ਨੇ ਉਹਨੂੰ ਚੁੰਝਾਂ ਮਾਰ ਮਾਰ ਕੇ ਮਾਰ ਦਿੰਦੇ ਨੇ, ਪਰ ਆਪਣੀ ਡਾਰ ਦੇ ਵਿੱਚ ਦੁਬਾਰੇ ਨਹੀਂ ਰਲਾਉਂਦੇ। ਦੂਸਰਾ, ਬਾਂਦਰਾਂ ਦੀ ਟੋਲੀ ਦਾ ਵੀ ਇਹੋ ਹੀ ਸੁਭਾਅ ਹੈ। ਚਲੋ ਹੰਸ ਤੇ ਅਸੀਂ ਨਹੀਂ ਦੇਖੇ ਹੋਣੇ ਕਿਤੇ, ਇਹ ਤੇ ਅਸੀਂ ਆਮ ਦੇਖਦੇ ਹਾਂ। ਇਹਨਾਂ ਨੇ ਡਾਰ ਦੇ ਵਿੱਚ ਰਹਿਣਾ, ਇਕੱਠੇ ਰਹਿਣਾ, ਭਾਵੇਂ ਕਿੱਡੇ ਵੀ ਵੱਡੀ ਇਹਨਾਂ ਦੀ ਟੋਲੀ ਕਿਉਂ ਨਾ ਹੋਵੇ। ਅਚਨਚੇਤ ਕੋਈ ਮਨੁੱਖ ਬਾਂਦਰ ਨੂੰ ਜਾਂ ਉਹਦੇ ਬੱਚੇ ਨੂੰ ਪਕੜ ਕੇ ਆਪਣੇ ਘਰ ਲੈ ਜਾਵੇ, ਲੰਮੇ ਸਮੇਂ ਬਾਅਦ ਫਿਰ ਛੱਡੇ ਆ ਕੇ ਡਾਰ ਦੇ ਵਿੱਚ, ਟੋਲੀ ਦੇ ਵਿੱਚ, ਇਹ ਬਾਂਦਰਾਂ ਦੀ ਟੋਲੀ ਦੁਬਾਰੇ ਉਸ ਨੂੰ ਬੜਾ ਘੂਰਦੇ ਨੇ ਕਿ ਤੂੰ ਦੁਬਾਰੇ ਹੁਣ ਟੋਲੀ ਦੇ ਵਿੱਚ ਨਾ ਵੜੀ, ਪਰ ਉਹ ਚਾਹੁੰਦਾ ਹੈ ਕਿ ਮੈਂ ਰਵਾਂ। ਉਹਨੂੰ ਫਿਰ ਅਲੱਗ ਰਹਿਣਾ ਪੈਂਦਾ ਹੈ। ਗਜਬ ਦੀ ਗੱਲ ਹੈ, ਭਾਈ ਗੁਰਦਾਸ ਨੇ ਵੀ ਪ੍ਰਮਾਣ ਦਿੱਤੇ ਨੇ। ਇਹ ਬੜੇ ਘੂਰਦੇ ਨੇ ਆਪਣੇ ਮੁਖੜੇ ਦੇ ਨਾਲ, ਜਿਸ ਤਰ੍ਹਾਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਕਿ ਸਾਡੇ ਘਰੇ ਨਾ ਵੜੀ, ਬੜਾ ਘੂਰਦੇ ਨੇ, ਬੜਾ ਡਰਾਉਂਦੀ ਹੈ ਟੋਲੀ ਉਸ ਨੂੰ, ਨਾਲ ਨਹੀਂ ਰਲਣ ਦਿੰਦੇ ਉਹਨੂੰ। ਪਰ ਜੇ ਕੋਈ ਨਾਲ ਰਲ ਵੀ ਜਾਵੇ, ਇਹ ਬਾਂਦਰਾਂ ਦੀ ਟੋਲੀ ਦਾ ਵੀ ਇੱਕ ਸੁਭਾਅ ਹੈ, ਫਿਰ ਉਹਨੂੰ ਸਾਰੇ ਇਕੱਠੇ ਹੋ ਕੇ ਰਲ ਕੇ ਮਾਰ ਦਿੰਦੇ ਨੇ, ਉਹਨੂੰ ਛੱਡਦੇ ਨਹੀਂ। ਕਿਉਂ? ਉਹਨਾਂ ਦਾ ਬੋਲਣਾ ਤੇ ਉਹਨਾਂ ਦਾ ਚੀਕਣਾ ਇਸ ਗੱਲ 'ਤੇ ਖੜਾ ਹੁੰਦਾ ਹੈ ਕਿ ਤੂੰ ਸਾਡੇ ਨਾਲੋਂ ਵਿਛੜ ਕੇ ਮੰਦਾਰੀ ਦੇ ਕੋਲ ਗਿਆ ਕਿਉਂ? ਟਕੇ ਟਕੇ ਦੀ ਖਾਤਰ ਤੂੰ ਨੱਚਦਾ ਕਿਉਂ ਰਿਹਾ? ਮੰਗਣ ਕਿਉਂ ਲੱਗਿਆ? ਤੈਨੂੰ ਮੰਗਤਾ ਬਣਾਏ? ਅਸੀਂ ਤੇ ਕਿਸੇ ਤੋਂ ਮੰਗਿਆ ਨਹੀਂ। ਤੂੰ ਮੰਗਤਾ ਕਿਉਂ ਬਣਦਾ ਰਿਹਾ? ਕਿਉਂ ਗੱਲ ਦੇ ਵਿੱਚ ਪਟਾ ਪਵਾਇਆ ਜਦੋਂ ਅਸੀਂ ਨਹੀਂ ਪਾਇਆ? ਇਹ ਉਹਨਾਂ ਦਾ ਸੁਭਾਅ ਹੈ। ਹੰਸਾਂ ਦਾ ਵੀ ਇਹ ਸੁਭਾਅ ਹੈ। ਇੱਕ ਵਾਰੀ ਜਿਹੜਾ ਹੰਸ ਵਿਛੜ ਜੇ ਡਾਰ ਦੇ ਵਿੱਚੋਂ, ਦੁਬਾਰੇ ਉਹਨੂੰ ਪ੍ਰਵਾਨ ਨਹੀਂ ਕਰਦੇ, ਉਹਨੂੰ ਮਾਰ ਦਿੰਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਗੁਰਮੁਖਾ, ਕਿਉਂਕਿ ਹੰਸਾਂ ਦਾ ਚੀਕਣਾ, ਉਹਨਾਂ ਦਾ ਇੱਕ ਹੰਸ ਨੂੰ ਮਾਰਨਾ ਇਹ ਦਰਸਾਉਂਦਾ ਹੈ। ਉਹ ਕਹਿੰਦੇ ਜਦੋਂ ਪਰਮਾਤਮਾ ਨੇ ਆਪਾਂ ਨੂੰ ਮਾਨ ਸਰੋਵਰ ਦਿੱਤਾ ਬੈਠਣ ਵਾਸਤੇ, ਤੂੰ ਛੱਪੜਾਂ 'ਤੇ ਜਾ ਕੇ ਕਿਉਂ ਬੈਠਾ? ਤੈਨੂੰ ਕੀ ਲੋੜ ਪੈ ਗਈ ਸੀ? ਕੀ ਤੈਨੂੰ ਕਿਸੇ ਗੱਲ ਦੀ ਘਾਟ ਸੀ? ਬਸ ਇਹੋ ਹੀ ਸਜ਼ਾ ਹੈ ਕਿ ਆਪਾਂ ਮਾਨ ਸਰੋਵਰ 'ਤੇ ਬੈਠਣਾ ਸੀ, ਤੂੰ ਛੱਪੜ 'ਤੇ ਜਾ ਕੇ ਬੈਠ ਕੇ ਡੱਡੀਆਂ ਕਿਉਂ ਖਾ ਕੇ ਆਏ? ਇਹ ਸਜ਼ਾ ਉਹਨੂੰ ਭੁਗਤਣੀ ਪੈਂਦੀ ਹੈ। ਉਹਨੂੰ ਹੰਸ ਖਤਮ ਕਰ ਦਿੰਦੇ ਨੇ, ਵਾਪਸ ਆਪਣੀ ਟੋਲੀ ਦੇ ਵਿੱਚ ਨਹੀਂ ਰਲਾਉਂਦੇ ਉਸ ਨੂੰ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਬੰਦਿਆ, ਤੈਨੂੰ ਹੰਸ ਵਰਗਾ ਜੀਵਨ ਬਖਸ਼ਿਆ, ਸਿੱਖ ਹੰਸ ਸਰੋਵਰ ਇਕੱਠੇ ਹੋਵੇ, ਤੂੰ ਆਇਆ ਨਹੀਂ ਹੈ ਇੱਥੇ, ਭੁਲੇਖੇ 'ਚ ਨਾ ਰਹਿਣਾ ਕਿਸੇ ਨੇ। ਮਹਾਰਾਜ ਦੀ ਗੁਰਬਾਣੀ ਸਤਿਗੁਰਾਂ ਤੋਂ ਵਾਰੇ ਵਾਰੇ ਜਾਈਏ। ਕਈ ਵਾਰੀ ਮਨੁੱਖ ਨੂੰ ਸੰਗਤ ਕਰਦਿਆਂ ਨੂੰ
कथा कीर्तन करदे बंदिਆਂ ਨੂੰ हंकार हो ही जाता है भी शायद मैं करदा, शायद मैं संगत विच जाना, शायद आ काम ते सेवा मैं करदा, सिमरन ते मैं करदा, इहदी सांभ संभाल ते मैं करदा। गुरु तीजे पातशाह महाराज ने सारिਆਂ ਦੀ संतुष्टि कराई है भाई। सिख हंस सरोवर इकट्ठे होवे, ये है थोड़ा मान सरोवर जिथे बैठे हो, जिथे तुसी बैठे हो मान सरोवर दे कंढे ते। सिख हंस सरोवर इकट्ठे होवे, तुसी इकट्ठे होए नहीं हो, थानू कीता गया। कीता किने? सिख हंस सरोवर इकट्ठे होवे, सतगुर कै हुक्म आवे। तीजे पातशाह महाराज दे बोल ने। ये भाई सतगुर दा अकाल पुरख दा तुहानू हुक्म सी ते सतगुरां दा हुक्म तुहाडी जिंदगी ते लागू हो गया ते तुसी इत्थे मान सरोवर ते इकट्ठे होके बैठ गए। सिख हंस सरोवर इकट्ठे होवे, सतगुर कै हुक्म आवे, हंस सरोवर दूर ना जाने, मेरे सतगुर एवै भावै। तुसी इकट्ठे होए नहीं हो, तुहानू सतगुरां ने हुक्म कीता, सतगुरां दे हुक्म दे बदौलत तुसी इत्थे इकट्ठे होए हो। संतुष्टि होगी ना, हुण तां नहीं कहांगे कि असीं आए हैं, असीं कथा कीर्तन कीता है, हुण तां नहीं कहांगे। जे हजे भी कहांगे माफ़ करना, फिर सातों वड्डा मूर्ख कोई नहीं होगा। सिख हंस सरोवर इकट्ठे होवे, सतगुर कै हुक्म आवे। ये सतगुरां दे हुक्म दे नाल तुसीं इकट्ठे होए हो। इत्थे सतगुरां दा तुहानू हुक्म सी, इत्थे इकट्ठे होवो मान सरोवर ते। ते महाराज ने पदवी दिती है सानू हंसां वर्गी। हंस क्या है महाराज ने सतगुरां नूं, ते हंस मान सरोवर ते वेख के सुच्चे मोतियां दा चोग चुगदे ने। असीं बैठे हां कंढे ते सुच्चे मोतियां दा चोग चुगण वास्ते। फिर सतगुरु महाराज जी चाहुंदे ने, अकाल पुरख दा हुक्म है, हंस सरोवर दूर ना जाने, मेरे सतगुर एवै भावै। सतगुर कहंदे असीं चाहुंदे आ कि जिहड़ा हंस है अते सरोवर है, ये दोने आपस विच दे दूर ना जान, मेरे सतगुर एवै भावै। ये सतगुरां नूं भाउंदे ने कि मान सरोवर होवे ते हंस उहदे कंढे ते बैठा होवे। सतगुर कहंदे असीं ये चाहुंदे आ। तो ਇਹਦਾ मतलब है कि सतगुरां दी मर्जी सी सानू अमृत वेले गुरु ग्रंथ साहिब जी महाराज दे कोल लियाउणा। सतगुरे चाहुंदे ने, एक गल ते पक्की है, असीं आए नहीं आ, सतगुरां ने सानू हुक्म कीता ते सतगुर सानू खुद लेके इस मान सरोवर ते आए ने। सतगुर ये चाहुंदे ने, मेरे सतगुर एवै भावै, ये सतगुरां दा हुक्म है। असी आए नहीं हाँ, सानू सतगुरु महाराज जी लेके इत्थे आए ने ते सतगुर ये चाहुंदे ने। गुरु साहिब जी महाराज कृपा करन, जे एडा वड्डा हुक्म अकाल पुरख महाराज दा है ते फिर ते महाराज ने सानू ते पदवी बहुत वड्डी दे दिती है, हंस वारी। क्योंकि हंस जिहड़ा है इनू भावें 36 प्रकार के पदार्थ पा रहे हो, बिना सुच्चे मोती तो किसी नूं परवाह नहीं करता, नहीं मारदा चुंझ अपनी, ये नहीं मारेगा। ते गुरु साहिब जी महाराज कहंदे तू अपनी जिंदगी दे विच चंगे बीज बीजी, इस मान सरोवर ते आके बैठा रमी, शोभा दिना तू इत्थे बैठा शोभा दिना। ये जिंदगी दे विच बड़े चंगे बीज बीज रहे हैं तू अपने अंदर, अपने जीवन काल दे अंदर।
ਤੇ ਜਿਵੇਂ ਬੀਜ ਬੀਜੇਗਾ, ਚਾਰ ਖਾਣੀਆਂ ਮੰਨੀਆਂ ਨੇ ਸਤਿਗੁਰਾਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੀਆਂ। ਸੇਤਜ, ਸੇਤਜ ਕਹਿੰਦੇ ਨੇ ਸਿਹਤ ਤੋਂ, ਪਸੀਨੇ ਤੋਂ ਪੈਦਾ ਹੋਣ ਵਾਲੀਆਂ ਜੋਨੀਆਂ। ਅੰਡਜ ਤੁਹਾਨੂੰ ਪਤਾ ਹੀ ਹੈ, ਜੇਰਜ ਦਾ ਵੀ ਤੁਹਾਨੂੰ ਪਤਾ ਹੀ ਹੈ। ਸੇਤਜ, ਉਤਪੁਜ। ਉਤਪੁਜ ਕਹਿੰਦੇ ਨੇ ਧਰਤੀ ਨੂੰ, ਧਰਤੀ ਦੇ ਵਿੱਚੋਂ ਪੈਦਾ ਹੋਣ। ਉਤਪੁਜ, ਉਤਪੁਜ ਦਾ ਮਤਲਬ ਹੈ ਕਿ ਧਰਤੀ ਦੇ ਵਿੱਚੋਂ ਪੈਦਾ ਹੋ ਕੇ ਤੇ ਬੂਟੇ ਨੇ ਉੱਪਰ ਵੱਲ ਨੂੰ ਜਾਣਾ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਬੀਜ ਬੀਜ, ਜਿਹੋ ਜਿਹਾ ਬੀਜ ਤੂੰ ਇਸ ਧਰਤੀ ਦੇ ਵਿੱਚ ਬੀਜੇਗਾ, ਧਰਤੀ ਮਾਤਾ ਧਰਤ ਮਹਤ, ਮਾਤਾ ਦਾ ਦਰਜਾ ਦਿੱਤਾ ਹੈ, ਕਿਉਂਕਿ ਧਰਤੀ ਜਿਹੜੀ ਹੈ ਇਹ ਧਰਤੀ ਦੇ ਵਿੱਚ 60% ਤਾਂ ਪਾਣੀ ਹੈ ਤੇ 40% ਇਹ ਸੁੱਕੀ ਹੈ। ਤੇ ਜਿਹੜਾ ਸਾਡਾ ਸਰੀਰ ਹੈ ਇਹਨੂੰ ਵੀ ਸਤਿਗੁਰੂ ਮਹਾਰਾਜ ਜੀਆਂ ਨੇ ਇੱਕ ਧਰਤੀ ਕਿਹਾ ਹੈ। ਇਹ ਵੀ ਇੱਕ ਧਰਤੀ ਹੈ। ਕਿਸੇ ਸਿਆਣੇ ਡਾਕਟਰ ਵੈਦ ਹਕੀਮ ਤੋਂ ਪੁੱਛ ਲਿਓ, ਇਹ ਸਰੀਰ ਦੇ ਵਿੱਚ ਵੀ 60% ਪਾਣੀ ਹੈ ਤੇ 40% ਸੋਕਾ ਹੈ। ਜੇ ਕਿਤੇ 60% ਤੋਂ ਪਾਣੀ ਘਟ ਜੇ ਜਾਂ 60% ਤੋਂ ਪਾਣੀ ਵੱਧ ਜੇ ਤੇ ਬੰਦਾ ਉਸ ਵਕਤ ਬਿਮਾਰ ਪੈ ਜਾਂਦਾ ਹੈ। ਸੁਣਿਆ ਹੋਣਾ ਨਾ ਕਦੇ ਸਰੀਰ 'ਚੋਂ ਪਾਣੀ ਘਟ ਗਿਆ ਜਾਂ ਸਰੀਰ ਦੇ ਵਿੱਚ ਪਾਣੀ ਵੱਧ ਗਿਆ। ਕਾਰਨ ਕਿ ਜਿਹੋ ਜੀ ਇਹ ਧਰਤੀ ਹੈ ਜਿੱਤੇ ਅਸੀਂ ਤੁਰਦੇ ਹਾਂ, ਇਹੀ ਧਰਤੀ ਸਾਡਾ ਸਰੀਰ ਹੈ। ਮਹਾਰਾਜ ਨੇ ਨਿਯਮ ਵੀ ਇਹੀ ਬਣਾਏ ਨੇ। ਜਿਹੋ ਜਿਹਾ ਬੀਜ ਤੂੰ ਇਸ ਧਰਤੀ ਦੇ ਵਿੱਚ ਬੀਜਦਾ, ਉਹੋ ਜਿਹੇ ਬੂਟੇ ਉਗਰਦੇ ਨੇ, ਉਹ ਫਲ ਤੈਨੂੰ ਮਿਲਣਾ ਹੈ। ਹੋ ਸਕਦਾ ਕਿ ਧਰਤੀ ਦੇ ਵਿੱਚ ਬੀਜਿਆ ਬੀਜ ਤੂੰ, ਉਹਦੇ ਪਾਲਣ ਪੋਸ਼ਣ ਵੀ ਤੂੰ ਕਰਦਾ ਤੇ ਖਾਵੇ ਕੋਈ ਹੋਰ, ਪਰ ਜਿਹੜਾ ਸਰੀਰ ਰੂਪੀ ਧਰਤੀ ਹੈ ਇਹਦੇ ਵਿੱਚ ਜਿਹੜਾ ਤੂੰ ਬੀਜ ਬੀਜੇਗਾ ਉਹੀ ਤੈਨੂੰ ਮਿਲਣਾ ਤੇ ਮਿਲਣਾ ਵੀ ਫਲ ਤੈਨੂੰ ਹੈ। ਪਰ ਬੀਜ ਇਹਦੇ ਵਿੱਚ ਬੀਜਿਆ ਹੋਵੇ, ਕਿਤੇ ਇਹ ਨਾ ਹੋਵੇ ਲੂਣੈ ਖੇਤ ਹੱਥ ਵਾਰ ਕਰੈ, ਇਹ ਨਾ ਹੋਵੇ। ਲੂਣੈ ਸ਼ਬਦ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਕਈ ਜਗ੍ਹਾ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਇਹਦਾ ਜ਼ਿਕਰ ਕੀਤਾ ਹੈ। ਕਈ ਜਗ੍ਹਾ ਤੇ ਮਹਾਰਾਜ ਕਹਿੰਦੇ ਇਸ ਦੇ ਵਿੱਚ ਬੀਜ ਬੀਜਿਆ। ਲੂਣੇ ਦਾ ਅਰਥ ਨੇ ਵੱਢਣਾ। ਜਿਹੜਾ ਕੁਛ ਤੋਂ ਇਹਦੇ ਵਿੱਚ ਬੀਜ ਬੀਜਿਆ ਅੱਜ ਉਹਨੂੰ ਵੱਢ ਰਿਹਾ। ਸਰੀਰ ਰੂਪੀ ਧਰਤੀ ਦੇ ਵਿੱਚ ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਵੱਢ ਲਵੇਂਗਾ। ਪਰ ਸਤਿਗੁਰ ਕਹਿੰਦੇ ਨਜ਼ਰ ਰੱਖੀ ਕਿ ਇਹਦੇ ਵਿੱਚ ਬੀਜ ਬੀਜਿਆ ਕਿ ਐਵੇਂ ਹਥਿਆਰ ਲੈ ਕੇ ਧਰਤੀ ਦੇ ਵਿੱਚ ਤੁਰਿਆ ਫਿਰਦਾ। ਕੁਛ ਵੱਢਣਾ ਹੋਵੇ ਤੇ ਪਹਿਲਾਂ ਬੀਜਣਾ ਤਾਂ ਪੈਂਦਾ ਹੀ ਹੈ ਨਾ। ਜਦੋਂ ਬੀਜਿਆ ਬੂਟਾ ਵੱਡਾ ਹੋਇਆ ਫੇਰ ਹੀ ਵੱਢਾਂਗੇ ਉਸ ਨੂੰ। ਸਰੀਰ ਰੂਪੀ ਧਰਤੀ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਕੋਈ ਬੀਜ ਬੀਜਿਆ ਜਿਹੜਾ ਹਥਿਆਰ ਲੈ ਕੇ ਚੱਲਿਆ ਫਿਰਦਾ ਕਿ ਮੈਂ ਹੁਣ ਵੱਢ ਲਵਾਂ, ਮੈਂ ਹੁਣ ਵੱਢ ਲਵਾਂ। ਪਤਾ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਮਹਾਰਾਜ। ਮਹਾਰਾਜ ਦੇ ਦਰ ਤੇ ਆ ਕੇ ਬੰਦਾ ਕਹਿੰਦਾ ਨਾ ਮਹਾਰਾਜ ਚੜ੍ਹਦੀ ਕਲਾ ਬਖਸ਼ੀ, ਕਹਿੰਦੇ ਆ ਨਾ ਸਾਰੀ ਦੁਨੀਆ, ਮਹਾਰਾਜ ਤੰਦਰੁਸਤੀਆਂ ਦੇਵੀਂ, ਪਰਿਵਾਰ ਦੇ ਵਿੱਚ ਤੰਦਰੁਸਤੀਆਂ ਦੇਵੀਂ, ਕਮਾਈਆਂ ਦੇ ਵਿੱਚ ਬਰਕਤਾਂ ਭਾਵੀਂ ਸਤਿਗੁਰਾ। ਕਹਿੰਦੇ ਆ ਨਾ ਸਭ ਕੁਛ।
महाराज कहते पहला ये तो देख लै भी तू बीज बीजिया सी जिहड़ा हुण वढ रहे बीज तो कोई बीजे ही नहीं तो वढेगा की। लूणै खेत हथ वार करै, चाहुंदा तो यह है कि मेरा भला होवे, पर महाराज कहते तू बीजते बीज, हुण फल लाउणा काम परमात्मा दा है, तू बीजते कोई बीजे ही नहीं, अज वढण नूं फिरदा। फिर तो सतगुरु महाराज जी कहते भला मंगदा अपना ते अपने कुटुंब दा, कमाइयां विच बरकतां पावी। जे बरकतां पै भी गईयां तेरियां किहड़े काम आउणियां ने बरकतां, की काम आउणियां ने। महाराज ते कहते खसम मरै तो नार ना रोवै, उस रखवारा औरो होवै। जिन्ना धन इकट्ठा करी जाना है, पदार्थ इकट्ठे करी जाना है, इन्ना कुछ बनाई जाना है, महाराज कहते ये सब दे सब इन्हां दा तू खसम बनया फिरदा कि मेरियां ने, तेरा तो कुछ भी नहीं। ते जिस दिन तू चढ़ाई करेगा उस दिन गुरु साहब जी महाराज कहते खसम मरै, जिस दिन तू मरेगा तो नार ना रोवे, तेरियां मशीनरियां ने, तेरे घर बार ने, तेरे बंगलियां ने, तेनू रोना नहीं भी तू साडा मालक मर गया। उस रखवारा और होवे तो रखवारे होर बैठे ने, आ तेरे पुत्र धियां बैठे ने, उन्हां दे रखवाले मालक बन जाते ने। तो गुरु साहब जी महाराज कहते जे तू कुछ बीजिया है तां वढ भी लै, बीजिया तो कुछ है ही नहीं, बीजिया तो कुछ है ही नहीं। दूजा तू मंगना अपने वास्ते नहीं है, चढ़दियां कला, चढ़दी कला परमात्मा तो मंगी तां जाना है। चढ़दी कला होगी किमें, किमें होगी चढ़दी कला। सतगुरां दे दर ते आउंदे ना असीं, समाप्ति की अरदास करते हैं सतगुरां दे अगे, महाराज किरपा करियो, रैन आई सी सुख नंद ना बतीत हुई है, दिन आउण लग्या नंद ना बतीत होवे। अरदास करन तो बाद असीं की करते हैं, चढ़दी कला मंगो परमात्मा कहते इत्थे आके, मंगते भी हाँ असीं, पर जे तुसीं चढ़दी कला दे विच रहना चाहुंदे हो तां गुरु साहब जी महाराज कहते फिर अकाल पुरख दे आखे लग। चाहुंदा चढ़दी कला होवे, नानक नाम चढ़दी कला, तेरे भाने सरबत दा भला। मंगला चढ़दी कला, नानक नाम, परमेश्वर दे नाम तो बिना तेरी चढ़दी कला हो नहीं सकती, ते परमेश्वर का नाम जपण वास्ते कोई तैयार नहीं। चढ़दी कला तो सारे ही भालदे ने, कुटुंब दी सुख तो सारे ही भालदे ने, कुटुंब दी सुख। कदे अपने वास्ते भी कुछ ना कुछ मंग लिया करो रब तो, अपने वास्ते, अपने वास्ते मंगया करो जो मंगना। सारी जिंदगी लंघ जाती है दूजियां वास्ते मंगण वास्ते, सारी जिंदगी दूजियां वास्ते ही मंगते रहने, दूजियां वास्ते मंगते रहने। दुनियादारी दे विच तां जे कोई बंदा चंगा काम करे ना, चंगा काम, उहदा आशीर्वाद भी दूजियां नूं ही दिता जांदा है। आ बथेरे ने, किसी नूं तुसीं वस्त्र दे दिओ, किसी नूं धन दे दिओ, किसी नूं आटा दाल दे दिओ, भोजन छका दिओ, अग्गेों पता की कहणगे, जिउंदा रह भाई तेरे जवाक जिउंदे रहन। लै पैसे बंदे दी जेब चों ले ले, अनाज बंदे दी जेब चों ले ले, ते जिउंदे रहन जवाक। आशीर्वाद दूजियां नूं। महाराज कहंदे जे तू मंगना ते अपने वास्ते कुछ ना कुछ मंग, दूजे जेड़े परमेश्वर ने पैदा कीते ने उस परमेश्वर नूं फिक्र है, जेड़े परमेश्वर ने पैदा कीते ने उन्हां दी चुंझ दे विच चोग परमेश्वर खुद पावेगा। जे मंगना ते अपने वास्ते मंग,
ਤੇ ਆਪਣੇ ਵਾਸਤੇ ਤੇ ਬੰਦਾ ਮੰਗਦਾ ਹੀ ਕੁਛ ਨਹੀਂ। ਆਪਣੇ ਵਾਸਤੇ ਤੇ ਸਾਰੇ ਦਾ ਸਾਰਾ ਸਰੀਰ ਗਲਤਾਨ ਕਰ ਲੈਂਦਾ ਬੰਦਾ ਆਪਣੇ ਕੁਟੁੰਬ ਵਾਸਤੇ, ਆਪਣੇ ਵਾਸਤੇ ਨਹੀਂ ਕੁਝ ਵੀ ਮੰਗਦਾ। ਨਾਨਕ ਨਾਮ ਚੜ੍ਹਦੀ ਕਲਾ, ਜੇ ਤੂੰ ਚੜ੍ਹਦੀ ਕਲਾ ਚਾਹੁੰਦਾ ਆਪਣੀ, ਤੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਨਹੀਂ ਹੋਣੀ। ਹੋਰ ਵੀ ਸੁਣ ਲਿਓ, ਚਾਹੁੰਦਾ ਕਿ ਚੜ੍ਹਦੀ ਕਲਾ ਹੋਵੇ, ਫਿਰ ਮਹਾਰਾਜ ਕਹਿੰਦੇ ਤੇਰੇ ਭਾਣੇ ਸਰਬੱਤ ਦਾ ਭਲਾ ਕਰਾ ਲਓ ਭਾਈ ਜੀ ਨੇ ਚੜ੍ਹਦੀ ਕਲਾ ਕਰਵਾਉਣੀ ਆਪਣੀ। ਨਾਮ ਜਪਣਾ ਪੈਣਾ ਇੱਕ ਕਰਮ, ਦੂਜਾ ਕਰਮ ਮਹਾਰਾਜ ਕਹਿੰਦੇ ਸਰਬੱਤ ਦਾ ਭਲਾ ਜਿਹੜਾ ਉਹ ਤੈਨੂੰ ਮੰਗਣਾ ਪੈਣਾ, ਫੇਰ ਤੇਰੀ ਚੜ੍ਹਦੀ ਕਲਾ ਹੋਣੀ ਹੈ, ਫਿਰ ਤੇਰੀ ਚੜ੍ਹਦੀ ਕਲਾ ਹੋ ਜਾਣੀ ਹੈ। ਸਰਬੱਤ ਦਾ ਭਲਾ ਮੰਗਣਾ ਪੈਣਾ, ਨਾਮ ਤੈਨੂੰ ਜਪਣਾ ਪੈਣਾ। ਇਹ ਦੋ ਕੰਮ ਤੂੰ ਕਰਦੇ, ਤੇਰੀ ਚੜ੍ਹਦੀ ਕਲਾ ਪਰਮੇਸ਼ਰ ਖੁਦ ਕਰ ਦੇਣਗੇ। ਪਰ ਇਹ ਦੋ ਹੀ ਕਰਮ ਨੇ ਜਿਹੜੇ ਕਰਮ ਕਰਕੇ ਮਨੁੱਖ ਜਿਹੜਾ ਹੈ ਇਹ ਕਰਮ ਨਿਰੰਤਰ ਲਗਾਤਾਰ ਕਰਦਾ ਰਹਿੰਦਾ, ਆਪਣੀ ਜ਼ੁਬਾਨ ਚੋਂ ਬੋਲਦਾ ਰਹਿੰਦਾ, ਪਰ ਸਰਬੱਤ ਦਾ ਭਲਾ ਕਿਸੇ ਦਾ ਮੰਗਦਾ ਨਹੀਂ ਹੈ। ਇਹ ਮੰਗਦਾ ਨਹੀਂ, ਇਹਨੂੰ ਤੇ ਬਸ ਇੱਕੋ ਗੱਲ ਤੇ ਖੜਾ ਹੈ ਕਿ ਕਦੋਂ ਕਿਸੇ ਦਾ ਘਰ ਉਜੜੇ ਤੇ ਕਦੋਂ ਮੈਨੂੰ ਜਗ੍ਹਾ ਮਿਲ ਜਾਵੇ, ਇਸੇ ਗੱਲ ਤੇ ਖੜਾ ਹੈ। ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦਾ ਨਾਮ ਜਪ ਕੇ ਸਰਬੱਤ ਦਾ ਭਲਾ ਮੰਗ ਲਈ। ਦੋ ਕਰਮ ਤੂੰ ਕਰਦੇ, ਤੇਰੀ ਚੜ੍ਹਦੀ ਕਲਾ ਪਰਮੇਸ਼ਰ ਖੁਦ ਕਰਨਗੇ। ਹੁਣ ਚੜ੍ਹਦੀ ਕਲਾ ਇਹ ਵੀ ਨਹੀਂ ਹੈ ਵੀ ਪਰਮੇਸ਼ਰ ਸਾਡੇ ਘਰੇ ਬੋਰੀਆਂ ਦੇ ਪੈਸਿਆਂ ਦੀਆਂ ਸਿੱਟੇ ਆਉਣਗੇ, ਇਹ ਵੀ ਨਹੀਂ ਹੈ। ਬਸ ਚੜ੍ਹਦੀ ਕਲਾ ਇਸੇ ਕਾਰਨ ਕਰਕੇ ਹੈ ਕਿ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਆ ਜਿਹੜਾ ਦੁਨੀਆ ਦੇ ਵਿੱਚ ਤੋਂ ਅਤਿਅੰਤ ਦੁਖੀ ਹੋਇਆ ਫਿਰਦਾ ਹੈ, ਇਹ ਤੇਰੇ ਦੁੱਖ ਨੇ ਜਿਹੜੇ ਸਭ ਦੇ ਸਭ ਕੱਟੇ ਜਾਣੇ ਨੇ, ਕੱਟੇ ਜਾਣੇ ਨੇ। ਕਿਉਂਕਿ ਸੁੱਖ ਤੇ ਦੁੱਖ ਤੋਂ ਜਿਹੜੀ ਤੇਰੀ ਅਵਸਥਾ ਹੈ, ਇਹ ਅਵਸਥਾ ਤੇਰੀ ਬਹੁਤ ਉੱਚੀ ਚਲੀ ਜਾਣੀ ਹੈ। ਅੰਡਜ ਜੇਰਜ ਸੇਤਜ ਉਤਪੁਜ, ਇਹਦੇ ਵਿੱਚ ਲਾਇਆ ਹੋਇਆ ਬੀਜ, ਉਤਪੁਜ ਕਹਿੰਦੇ ਨੇ ਪੈਦਾ ਹੋਣ ਵਾਲੇ, ਪੈਦਾ ਹੋਣ ਵਾਲੇ ਬੀਜ ਇਸ ਦੇ ਵਿੱਚ ਬੀਜਿਆ ਹੋਇਆ। ਸੇਤਜ ਪੈਦਾ ਹੋਏ ਬੀਜ ਵੱਡੇ ਹੁੰਦੇ ਨੇ ਬੂਟੇ, ਸੇਤਜ ਕਹਿੰਦੇ ਨੇ ਸੇਤਜ ਤੋਂ, ਪਸੀਨੇ ਤੋਂ ਪੈਦਾ ਹੋਣ ਵਾਲੀ ਵਸਤੂ। ਸਿੱਧਾ ਜਾ ਕਹੀਏ ਕਿ ਜਦੋਂ ਗਰਮੀਆਂ ਦੇ ਮਹੀਨੇ ਚੱਲਦੇ ਹੁੰਦੇ ਨੇ, ਉਦੋਂ ਬਥੇਰਿਆਂ ਦੇ ਸਿਰਾਂ ਦੇ ਵਿੱਚ ਜੂਆਂ ਪੈ ਜਾਂਦੀਆਂ ਨੇ। ਸਿੱਧਾ ਜਾ ਸਾਡੀ ਬੋਲੀ ਪਤਾ ਕੀ ਆ, ਧਾਰਮਿਕ ਬੋਲੀ ਜਿਹੜੀ ਸਾਡੀ ਹੈ। ਇੱਕ ਨਾ ਫੌਜ ਦੇ ਵਿੱਚ ਕੋਟਵਾੜ ਰੱਖੇ ਹੁੰਦੇ ਨੇ, ਜਿਹੜੇ ਫੌਜੀ ਵੀਰ ਨੇ ਉਹਨਾਂ ਨੂੰ ਪਤਾ ਹੋਣਾ, ਕੋਟਵਾੜ ਹੁੰਦੇ ਨੇ ਫੌਜ ਦੇ ਵਿੱਚ। ਹਲਦੀ, ਬੈਲਟ, ਡਾਲਟੀ, ਚਾਲਟੀ, ਕੀ ਸਮਝੋ ਕੋਈ ਕੀ ਬੋਲ ਗਿਆ ਫੌਜੀ ਇੱਕ ਦੂਜੇ ਨੂੰ। ਐਸੀ ਤਰ੍ਹਾਂ ਜਿਹੜੀ ਸਾਡੀ ਧਾਰਮਿਕ ਬੋਲੀ ਹੈ, ਸਿੱਖ ਧਰਮ ਦੇ ਵਿੱਚ, ਸਾਡੇ ਧਰਮ ਦੇ ਵਿੱਚ ਸਾਡੀ ਬੋਲੀ ਹੈ। ਜੇ ਕਿਸੇ ਸਿਰ ਦੇ ਵਿੱਚ ਜੂਆਂ ਪੈ ਜਾਣ ਤੇ ਨਿਹੰਗ ਸਿੰਘ ਐ ਨਹੀਂ ਕਹਿੰਦੇ ਤੇਰੇ ਸਿਰ ਦੇ ਵਿੱਚ ਜੂਆਂ ਪੈ ਗਈਆਂ, ਫਿਰ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ, ਫਿਰ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ। ਉਹ ਬੋਲਦੇ ਨੇ, ਕਹਿੰਦੇ ਤੁਹਾਡੇ ਘਰ ਦੇ ਵਿੱਚ ਹਰਨੀਆਂ ਦੀ ਭੱਜ ਦੌੜ ਹੋ ਰਹੀ ਹੈ। ਹਰਨੀਆਂ ਬੋਲਦੇ ਨੇ। ਤੇ ਕਹੀ ਨੂੰ ਬੋਲਦੇ ਨੇ ਪਤਾਲਪੁਰੀ, ਕਿ ਪਤਾਲਪੁਰੀ ਲੈ ਕੇ ਆਓ ਕਹੀ, ਅਸੀਂ ਕਹਿ ਦਿੰਦੇ ਹਾਂ ਕਿ ਕਹੀ ਲੈ ਕੇ ਆਓ। ਲਾਲਟਨ ਨੂੰ ਬੋਲਦੇ ਨੇ ਚਾਨਣਕੁਰ, ਨਿਹੰਗ ਸਿੰਘਾਂ ਦੀ ਬੋਲੀ, ਜਿਹੜੀ ਸਾਡੀ ਧਾਰਮਿਕ ਬੋਲੀ ਜਿਹਨੂੰ ਮੰਨਿਆ ਗਿਆ। ਲੰਗੜੇ ਨੂੰ ਬੋਲਦੇ ਨੇ ਸੁਚਾਲਾ ਸਿੰਘ,
ਲੰਗੜੇ ਨੂੰ ਬੋਲਦੇ ਨੇ ਸੁਚਾਲਾ ਸਿੰਘ। ਤੇ ਜੇ ਕਦੀ ਨਿਹੰਗ ਸਿੰਘਾਂ ਦੇ ਕਣਕ ਦੀ ਰੋਟੀ ਬਣੇ, ਉਹਨੂੰ ਕਹਿੰਦੇ ਨੇ ਅੱਜ ਚੁੱਲ੍ਹੇ ਤੇ ਰੂਪ ਕੌਰ ਆਈ ਹੋਈ ਹੈ। ਤੇ ਜੇ ਬਣੇ ਮੱਕੀ ਦੀ ਰੋਟੀ, ਉਹਨੂੰ ਕਹਿੰਦੇ ਨੇ ਅੱਜ ਚੁੱਲ੍ਹੇ ਤੇ ਬਸੰਤ ਕੌਰ ਆਈ ਹੋਈ ਹੈ। ਤੇ ਜੇ ਕਦੀ ਕੁਛ ਵੀ ਨਾ ਬਣਿਆ ਹੋਵੇ, ਬਿਲਕੁਲ ਭੁੱਖਾ ਰਹਿਣਾ ਹੋਵੇ, ਤੇ ਫਿਰ ਕਹਿੰਦੇ ਨੇ ਅੱਜ ਸਿੰਘ ਕੜਾਕੇਦਾਰ ਰਹਿਣਗੇ। ਇਹ ਸਾਡੀ ਬੋਲੀ ਹੈ, ਧਾਰਮਿਕ ਬੋਲੀ। ਹੁਣ ਕੜਾਕੇਦਾਰ ਰਹਿਣਾ, ਰੂਪ ਕੌਰ ਆਈ ਹੈ, ਬਸੰਤ ਕੌਰ ਆਈ ਹੈ, ਸੁਚਾਲਾ ਸਿੰਘ ਹੈ, ਚਾਨਣ ਹੈ, ਪਤਾਲਪੁਰੀ ਹੈ। ਇਹਨਾਂ ਦਾ ਕੀ ਕੋਈ ਦੂਜਾ ਬੁੱਝ ਲੂਗਾ ਵੀ ਕੀ ਬੋਲੀ ਜਾਂਦੇ ਨੇ ਇੱਕ ਦੂਜੇ ਨੂੰ? ਨਹੀਂ ਨਾ ਬੁੱਝਿਆ ਜਾ ਸਕਦਾ। ਇਹ ਸਾਡੀ ਬੋਲੀ ਹੈ। ਜੰਗ ਯੁੱਧਾਂ ਦੇ ਵਿੱਚ ਜਦੋਂ ਨਿਹੰਗ ਸਿੰਘ ਬੋਲੀ ਬੋਲਦੇ ਸੀ, ਉਦੋਂ ਜੰਗ ਯੁੱਧਾਂ ਦੇ ਵਿੱਚ ਇਹ ਬੋਲੀਆਂ ਬੋਲੀਆਂ ਜਾਂਦੀਆਂ ਸੀ। ਇਹ ਬੋਲੀਆਂ ਬੋਲੀਆਂ ਜਾਂਦੀਆਂ ਸੀ। ਤੇ ਹੁਣ ਦੇ ਬੱਚਿਆਂ ਨੂੰ ਤੇ ਲਾਲਟਨ ਦਾ ਵੀ ਨਹੀਂ ਪਤਾ ਕਿਹਨੂੰ ਕਹਿੰਦੇ ਨੇ, ਪਤਾ ਹੀ ਨਹੀਂ। ਹੁਣ ਦੇ ਬੱਚਿਆਂ ਨੂੰ ਤੇ ਚਲੋ ਇੱਥੇ ਸਾਡੇ ਤੇ ਹਜੇ ਪਤਾ ਹੈ ਕਈਆਂ ਚੀਜ਼ਾਂ ਦਾ। ਕਿਸੇ ਹੋਰ ਇਲਾਕੇ ਦੇ ਵਿੱਚ, ਆ ਪਟਿਆਲਾ ਸਾਈਡ ਚਲੇ ਜਾਓ, ਉੱਥੇ ਜਦੋਂ ਗੱਲਾਂ ਬਾਤਾਂ ਕਰਦੇ ਤੁਸੀਂ ਕਹਿ ਦਿਓ ਵੀ ਸ਼ੌਰ ਬਹੁਤ ਲੱਗੇ ਸੀ ਉੱਥੇ ਮਾਲਵੇ 'ਚ, ਉਹ ਤੁਹਾਨੂੰ ਹੈਰਾਨ ਹੋ ਕੇ ਪੁੱਛਣਗੇ ਵੀ ਸ਼ੌਰ ਕਿਹਨੂੰ ਕਹਿੰਦੇ ਹੋ। ਫਿਰ ਤੁਸੀਂ ਕਹਿ ਦਿਓ ਵੀ ਛਟੀਆਂ ਬਾਵਾ ਸਾਰੀਆਂ ਇਕੱਠੀਆਂ ਜਿੱਥੇ ਕੀਤੀਆਂ ਹੋਣ ਉਹਨਾਂ ਨੂੰ ਸ਼ੌਰ ਕਹਿੰਦੇ ਐ। ਤੁਹਾਨੂੰ ਬੱਚੇ ਹੈਰਾਨ ਹੋ ਕੇ ਪੁੱਛਣਗੇ ਤੁਸੀਂ ਛਟੀਆਂ ਕਿਹਨੂੰ ਕਹਿੰਦੇ ਹੋ। ਹੈਰਾਨਗੀ ਦੀ ਗੱਲ ਹੈ, ਪਤਾ ਨਹੀਂ ਆ ਉੱਥੇ, ਕਿਉਂਕਿ ਉਹਨਾਂ ਦੀ ਜਿਹੜੀ ਬੋਲੀ ਹੈ ਤਕਰੀਬਨ 100 ਕੋਹ ਤੇ ਜਾ ਕੇ ਬੋਲੀ ਬਦਲ ਜਾਂਦੀ ਹੈ, ਤੇ ਇਹ ਚੀਜ਼ਾਂ ਵੀ ਬਦਲ ਜਾਂਦੀਆਂ ਨੇ। ਅਸੀਂ ਤੇ ਬੋਲਦੇ ਹਾਂ ਕਿ ਜੇ ਤੂੰ ਸਾਡੇ ਘਰ ਆਉਣਾ ਹੈ ਤੇ ਫਲਾਨੀ ਫਲਾਨੀ ਗਲੀ ਹੋ ਕੇ ਸਾਡੇ ਘਰ ਦੇ ਵਿੱਚ ਤੂੰ ਆ ਜਾਵੀਂ, ਫਲਾਨੀ ਜਗ੍ਹਾ ਤੇ ਸਾਡਾ ਘਰ ਹੈ। ਉਹ ਬੋਲਦੇ ਨੇ ਥਾਵੇਂ ਏਵ ਨਿਊ ਨਿਊ ਗੋਰੀ ਗੋਰੀ ਆਹਾ, ਤੇ ਸਾਡੇ ਘਰ ਨੂੰ ਆ ਜਾਹਾ, ਐਸੀ ਬੋਲੀ ਬੋਲਦੇ ਨੇ। ਤੇ ਹੈਰਾਨਗੀ ਦੀ ਗੱਲ ਹੋਈ ਸੀ, ਥੋੜ੍ਹਾ ਸਮਾਂ ਕਥਾ ਕਰਨ ਦਾ ਸੁਭਾਗ ਸਮਾਂ ਮਿਲਿਆ ਸੀ, ਉੱਥੇ ਕਿਤੇ ਗੱਲ ਚੱਲਦੀ ਚੱਲਦੀ ਕਥਾ ਦੇ ਵਿੱਚ ਗੱਲ ਸ਼ੌਰ ਦੀ ਚੱਲ ਪਈ। ਹੈਰਾਨ ਜੇ ਹੋ ਕੇ ਪੁੱਛੇ, ਕਹਿੰਦੇ ਸ਼ੌਰ ਕਾਸ ਨੂੰ ਕਹਿੰਦੇ? ਮੈਂ ਕਿਹਾ ਛਟੀਆਂ ਜਿੱਥੇ ਇਕੱਠੀਆਂ ਰੱਖਦੇ ਉਹਨਾਂ ਨੂੰ ਸ਼ੌਰ ਕਹਿੰਦੇ। ਕਹਿੰਦੇ ਛਟੀਆਂ ਕੀ ਹੁੰਦੀਆਂ? ਜਾਣੀ ਕਿ ਜਿਹੜਾ ਸਾਡਾ ਧਰਮ ਹੈ, ਜਿਹੜੀ ਸਾਡੀ ਧਰਮ ਦੀ ਬੋਲੀ ਹੈ, ਅਸਲੀਅਤ ਬੋਲੀ, ਜਿਹੜੀਆਂ ਚੀਜ਼ਾਂ ਦੇ ਕੋਟਵਾੜ ਅਸੀਂ ਰੱਖੇ ਹੋਏ ਨੇ, ਉਹ ਸਾਡੀਆਂ ਸਾਰੀ ਦੀਆਂ ਸਾਰੀਆਂ ਸਾਡੇ ਕੋਲ ਹੋਣੀਆਂ ਜ਼ਰੂਰੀ ਨੇ। ਅਤਿਅੰਤ 4 ਖਾਣੀਆਂ ਮੰਨੀਆਂ ਨੇ ਮਹਾਰਾਜ ਨੇ, ਅੰਡਜ ਜੇਰਜ ਸੇਤਜ ਉਤਪੁਜ। ਮਹਾਰਾਜ ਕਹਿੰਦੇ ਇਸ ਆਪਣੀ ਸਰੀਰ ਰੂਪੀ ਧਰਤੀ ਦੇ ਵਿੱਚ ਬੀਜ ਬੀਜ, ਬੂਟਾ ਵੱਡਾ ਹੋ ਗਿਆ ਤੇ ਫਿਰ ਉਹਨੂੰ ਵੱਢੀ। ਹੁਣ ਜੇ ਬੀਜ ਹੀ ਨਾ ਬੀਜਿਆ ਤੇ ਤੂੰ ਕਹੀ ਤੇ ਦਾਤੀ ਲੈ ਕੇ ਖੇਤ ਦੇ ਵਿੱਚ ਫਿਰਦਾ ਰਵੇਂ ਵੀ ਮੈਂ ਅੱਜ ਕਣਕ ਵੱਢਣ ਵਾਸਤੇ ਆਇਆ, ਤਾਂ ਇੱਥੋਂ ਵੱਡਾ ਕੋਈ ਮੂਰਖ ਹੋਵੇਗਾ? ਕਣਕ ਬੀਜੀ ਤੇ ਹੈ ਨਹੀਂ, ਵੱਢਣ ਕੀ ਆਇਆ? ਬੀਜਿਆ ਹੀ ਕੁਛ ਨਹੀਂ ਹੈ। ਇਸ ਧਰਤੀ ਦੇ ਵਿੱਚ ਬੀਜਿਆ, ਆ ਸਰੀਰ ਰੂਪੀ ਧਰਤੀ ਦੇ ਵਿੱਚ ਤੂੰ ਕੋਈ ਬੀਜ ਨਹੀਂ ਬੀਜਿਆ, ਤੇ ਵੱਢੇਗਾ ਕੀ ਜਦੋਂ ਬੀਜਿਆ ਹੀ ਕੁਛ ਨਹੀਂ ਹੈ ਤੂੰ ਇਹਦੇ ਵਿੱਚ? ਤੇ ਜਿਹੋ ਜਿਹਾ ਫਿਰ ਘਰੋਂ ਗਿਆ, ਜੇ ਕਣਕ ਬੀਜੀ ਨਹੀਂ, ਜਿਹੋ ਜਿਹਾ ਘਰੋਂ ਗਿਆ ਸੀ ਉਹੋ ਜਿਹਾ ਹੀ ਵਾਪਸ ਆਵੇਂਗਾ। ਕਣਕ ਦੇ ਬੋਰ ਥੋੜੋ ਲੈ ਕੇ ਆਣੇ ਤੂੰ ਘਰੇ। ਸਰੀਰ ਰੂਪੀ ਖੇਤੀ ਦੇ ਵਿੱਚ ਜੇ ਤੂੰ ਬੀਜ ਬੀਜਿਆ ਨਹੀਂ, ਵੱਢੇਗਾ ਕੀ ਤੈਨੂੰ ਫਲ ਮਿਲੇਗਾ? ਕੋਈ ਫਲ ਨਹੀਂ ਮਿਲਣਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਫਲ ਕੁਝ ਵੀ ਨਹੀਂ ਮਿਲਣਾ। ਹਾਂ, ਜੇ ਤੂੰ ਚਾਹੁੰਦਾ ਕਿ ਮੇਰੀ ਚੜ੍ਹਦੀ ਕਲਾ ਹੋਵੇ, ਮੈਂ ਪਰਮੇਸ਼ਰ ਦੇ ਹੁਕਮ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਵਾਂ, ਤੋਂ ਬਾਬੇ ਨਾਨਕ ਦੀ ਗੱਲ ਮੰਨਣੀ ਹੀ ਮੰਨਣੀ ਪੈਣੀ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਮ ਜਪ ਤੇ ਸਰਬੱਤ ਦਾ ਭਲਾ ਮੰਗੀ, ਅਕਾਲ ਪੁਰਖ ਮਹਾਰਾਜ ਕਹਿੰਦੇ ਚੜ੍ਹਦੀ ਕਲਾ ਤੇਰੀ ਪਰਮੇਸ਼ਰ ਨੇ ਖੁਦ ਕਰ ਦੇਣੀ ਹੈ। ਚੜ੍ਹਦੀ ਕਲਾ ਤੇਰੀ ਪਰਮੇਸ਼ਰ ਖੁਦ ਕਰੇਗਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਵੀ ਹੁਕਮ ਤੇਰਾ ਪਰਮੇਸ਼ਰ ਦਾ
परमेश्वर का हुक्म तेरे ते लागू होया है, जिहड़ा तू परमेश्वर के हुक्म नूं मनदा होया अकाल पुरख के चरनां विच आया। असीं जिहड़े संगत करदे आ, कथा वार्ता करते सुनते हाँ, कथा कीर्तन करते सुनते हाँ, बाणी पढ़ते सुनते हाँ, संगत करते हैं, सेवा करते हैं, सिमरन करते हैं, बड़े उद्यम उपराले करते हैं, तो तीजे पातशाह महाराज ने बहुत ही आनंदमय हुक्म साडे वास्ते अज लागू किया है। गुरु साहिब जी महाराज कहते गुरमुखा चेते रखी कि ये जिहड़ा परमेश्वर का हुक्म है, सिंख हंस सरोवर इकट्ठे होवे सतगुर कै हुक्म आवे। तुहानू सतगुरां दा हुक्म होया सी तां तुसी सुते जागे हो, तां ही तुसी इशनान पान कीता ते तां तुसी हुण मान सरोवर ते आके बैठे हो। ये तुहानू सतगुरां दा हुक्म सी। जिस दा मन शरीर किसी जगह ते होर फिरदा है, कम धंधिਆਂ ਦੇ ਵਿੱਚ ਲੱਗਿਆ ਹੋਇਆ है, ਉਹਦਾ मन ਜਿਹੜਾ है गुरु ਦੇ घर ਦੇ ਨਾਲ जुड़िया होया है, ਉਹਦੀ सुरत गुरु ਦੇ घर ਦੇ ਨਾਲ जुड़ी हुई है। ਇਹ भी सतगुरां ਦਾ हुक्म सी कि तू अपने काम धंधे करेगा पर तेरी जिहड़ी सुरत है ये सतगुरां दे चरनां दे विच लगनी है, क्योंकि सतगुरां दा तैनूं हुक्म सी। सिख हंस सरोवर इकट्ठे होवे सतगुर कै हुक्म आवे। ये सतगुरां दा हुक्म सी। हंस सरोवर दूर ना जाने, मेरे सतगुर एवै भावै। तैनू अपने घर दे विच परमात्मा ने बिठाउणा, सतगुरु महाराज जी यही चाहुंदे सी। तैनू काम धंधिਆਂ दे विच लाउणा ते तेरी सुरत नूं परमात्मा ने अपने चरनां दे नाल जोड़ के रखना, सतगुरां नूं यही चाहुंदा सी, यही पाउंदा सी। क्यों होना उही है जो सतगुरां नूं पा जावे, जो मनुख नूं पावे वो कदी ना होया ते ना कदे आउण वाले समय दे विच होना है। ये तां सतगुरु महाराज जी कहंदे अकाल पुरख महाराज दी मर्जी सी। अकाल पुरख अपनी मर्जी दे नाल तेरे तन नूं संगत विच भी लेके आउंदा है। अकाल पुरख अपनी मर्जी दे नाल तेरे तन नूं किसी जगह ते होर रखदा है, पर तेरे मन नूं ते तेरी सुरत नूं अकाल पुरख अपने चरनां दे नाल जोड़ के रखदा है। तो इस तो भाव है असीं आए नहीं, सानू लियांदा गया है। ते जे सानू लियांदा परमेश्वर ने तां एक ते पक्की मोहर लग गई है कि असीं सतगुरु महाराज जियां दे जाद हाँ सी। सतगुर सानू चेते रखते ने कि मेरा सिख मेरा प्यारा फलानी जगह ते सुता पिया, मैं उसनूं जगाउणा है। सतगुरां ने सानू कम से कम याद ते रखे। बड़े भागां वाले इस करके आ, बड़ भागी हर संगत पावै, भागहीन भ्रम झोटां खावै। बिन भागा सत संग ना लभै, बिन संगत मैल भरी जा जियो। किड्डे वड्डे भागां वाले असीं, जेड़े शरीर करके भी सुरत करके कोई जुड़िया, कोई मन करके परमात्मा दे नाल जुड़िया होया, शरीर उन्हां दे किसी जगह ते होर फिरदे ने। ऐदों वड्डे भागां वाले की होणगे। तो साडे ते सतगुरु महाराज जियां दा हुक्म लागू है। ना असीं जागदे हैं, ना असीं इशनान पान करदे हैं, ना असीं संगत विच आउंदे हैं। सानू जगाउणा, उदम उपराला, इशनान पान बख्शना, गुरु दे संगत बख्शनी, ये सतगुरु महाराज जी आप सारा कुछ खुद कर रहे ने। चाहुंदे ने महाराज कि तैनू हंस वर्गा जीवन दिता सी, तू इस मान सरोवर ते आके बैठे। मान सरोवर ते सिख हंस सरोवर इकट्ठे होवे सतगुर कै हुक्म आवे। बड़ा सोहना परमान महाराज ने अज सानू बख्शिया। अकाल पुरख महाराज ने चंगी संतुष्टि साडी करवाई है। हुण ना कदी भुल के कहो भी असीं सेवा कीती, असीं संगत कीती, असीं सिमरन कीता, असीं गुरु दे दर ते गए। हुण ना कहो, हुण तां हथ बन के इक्को ही गल कह दिया करो, महाराज तुहाडा हुक्म साडे ते लागू हो रहा है, ये सारा कुछ हुण तुसीं कर रहे हो, अकाल पुरख ने साडी संतुष्टि करवाई है। गुरु साहिब जी महाराज किरपा करन। समाप्ति का समा, भुलां चुकां दी खिमा, आईयां संगतां दा धन्नवाद।
प्रेम दे नाल सारी संगत बुलायो फतेह। वाहिगुरु जी का खालसा वाहिगुरु जी की फतेह।